बिस्मिल्लाहिर्रहमानिर्रहीम अस्सलाम वालेकुम ਤੁਹਾਡਾ ਹਾਦਮ ਅਜ਼ਰ ਅਮਰਾ ਗੁਜਰਾਤੀ ਅਮਰਾ ਕਲਾਂ ਟਾਈਮ ਦੇ ਪਲੇਟਫਾਰਮ ਤੇ ਤੁਹਾਡਾ ਨਾਲ ਮੁਹਾਤਬ ਔਰ ਅੱਜ ਮੇਰੇ ਨਾਲ ਮੌਜੂਦ ਨੇ ਜਨਾਬ ਗੁਲਾਮ ਕਮਰ ਅਤਾਰੀ ਰਿਜ਼ਵੀ ਸਾਹਿਬ ਜਿਨ੍ਹਾਂ ਦਾ ਪਿੰਡ ਨਰਵਾਲ ਤਹਿਸੀਲ ਸਰਾਏ ਆਲਮਗੀਰ ਜ਼ਿਲ੍ਹਾ ਗੁਜਰਾਤ ਔਰ ਸ਼ੋਬਾ ਨਕਾਬਤ ਦੇ ਨਾਲ ਇਹਨਾਂ ਦੀ ਵਾਬਸਤਗੀ ਔਰ ਮੈਂ ਨਕਾਬਤ ਦੇ ਕਾਨੂੰਨ ਅਸੂਲ ਔਰ ਜ਼ਵਾਬਤ ਦੇ ਉੱਤੇ ਗੱਲ ਕਰ ਰਹੀ ਹਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਇਹ ਸ਼ੌਕ ਆਇਆ ਔਰ ਇਹਦੇ ਵਾਸਤੇ ਕੀ ਤਰੀਕਾਕਾਰ ਹੁੰਦਾ ਹੈ ਔਰ ਇੱਕ ਨਵਾਂ ਬੱਚਾ ਜਿਹੜਾ ਉਹ ਚਾਹੇ ਮਦਰਸੇ ਦਾ ਸਟੂਡੈਂਟ ਹੈ ਜਾਂ ਬਾਹਰ ਦਾ ਅਗਰ ਉਹ ਸ਼ੌਕ ਰੱਖਦਾ ਹੈ ਨਕਾਬਤ ਦਾ ਜਾਂ ਸ਼ਾਇਰੀ ਦਾ ਅਤੇ ਉਹ ਕਿਸ ਤਰ੍ਹਾਂ ਇਸ ਫੀਲਡ ਵਿੱਚ ਆਵੇ ਔਰ ਉਹਨੂੰ ਕਿਤਨੀ ਮਿਹਨਤ ਕਰਨੀ ਪਵੇ ਦੀ ਜਿਸ ਤਰ੍ਹਾਂ ਕਿ ਇੱਕ ਕਮੈਂਟੇਟਰ ਹੁੰਦਾ ਹੈ ਅਨਾਊਂਸਰ ਸਦਾਕਾਰ ਉਹ ਦੁਨੀਆਦਾਰਾਂ ਵਾਸਤੇ ਜਿਹੜਾ ਉਹ ਮੇਜ਼ਬਾਨ ਹੁੰਦਾ ਹੈ ਜਦਕਿ ਦੀਨਦਾਰਾਂ ਵਾਸਤੇ ਜਿਹੜਾ ਇੱਕ ਮੇਜ਼ਬਾਨ ਹੁੰਦਾ ਉਹਨੂੰ ਨਕੀਬ ਕਿਹਾ ਜਾਂਦਾ ਔਰ ਮੇਜ਼ਬਾਨ ਕਿਹਾ ਜਾਂਦਾ। ਇਸੇ ਸਿਲਸਿਲੇ 'ਚ ਜਨਾਬ ਇੰਤਹਾਈ ਕਮ ਉਮਰ ਜਨਾਬ ਗੁਲਾਮ ਕਮਰ ਅਤਾਰੀ ਰਿਜ਼ਵੀ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਆਪਣੇ ਇਸ ਤੇਜ਼ੀ ਨਾਲ ਜਿਹੜਾ ਇਹਨਾਂ ਨੇ ਤਜਰਬਾ ਹਾਸਲ ਕੀਤਾ ਔਰ ਅੱਜ ਜਿਹੜੀ ਇਹਨਾਂ ਨੇ ਨਸ਼ਿਸਤ ਕਮਾਲ ਕੀਤੀ ਹੈ ਉਸੇ ਸਿਲਸਿਲੇ 'ਚ अस्सलाम वालेकुम। वालेकुम अस्सलाम। ਕੀ ਹਾਲ ਹੈ ਤੁਹਾਡਾ? अल्हम्दुलिल्लाह, आप सुनाए? ठीक है। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਅਮਰਾ ਕਲਾਂ ਟਾਈਮ ਦੇ ਪਲੇਟਫਾਰਮ 'ਤੇ ਆਏ ਔਰ ਦੂਸਰੇ ਨੰਬਰ 'ਤੇ ਮੈਂ ਖਰਾਜ ਤਹਿਸੀਨ ਪੇਸ਼ ਕਰਨਾ ਜਿਸ ਤਰ੍ਹਾਂ ਕਿ ਤੁਸੀਂ ਛੋਟੀ ਜਿਹੀ ਉਮਰ ਵਿੱਚ ਇਤਨੇ ਆਸਨ ਤਰੀਕੇ ਨਾਲ ਜਿਹੜੀ ਨਕਾਬਤ ਕੀਤੀ। ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਤੁਹਾਨੂੰ ਖੁਦ ਦੇ ਕਿਸ ਤਰ੍ਹਾਂ ਸ਼ੌਕ ਆਇਆ? खुद मेरे वालिद साहब नकाबत करते सन तो उत्थों ही नकाबत की उस उन्होंने कोई मैं भी सही है इंशाल्लाह उत्थों शौक हासिल। ਨਕਾਬਤ ਸਿੱਖਣ ਦਾ ਕੀ ਤਰੀਕਾਕਾਰ ਆ ਤੁਹਾਡਾ? नकाबत सीखने का यह तरीकाकार सी कि मैं एक लाइव प्रोग्राम भी करना नया रंग जी फेसबुक ते तो वो एक घंटा सी बह के ते अगर मैं और वालिद साहब कमिटमेंट करके उन्होंने को सही है जो भी है। ਅੱਛਾ ਅੱਛਾ। ਔਰ ਇੱਕ ਨਕੀਬ ਵਾਸਤੇ ਜਿਹੜਾ ਕਿ ਬਿਲਕੁਲ ਨਵਾਂ ਨਕਾਬਤ ਦੇ ਸ਼ੋਬੇ 'ਚ ਆਉਂਦਾ ਉਹਨੂੰ ਕਮ ਅਜ਼ ਕਮ ਕਿਤਨੀਆਂ ਰਵਾਈਆਂ ਕਿਤਨੀਆਂ ਨਜ਼ਮਾਂ ਕਿਤਨੇ ਜਿਹੜੇ ਸ਼ੇਰ ਆਮਦੇ ਹੋਣੇ ਚਾਹੀਦੇ ਨੇ ਤਾਂ ਕਿ ਕਿਸੇ ਵੀ ਮੌਜੂ 'ਤੇ ਕੋਈ ਆਲਮ ਦੀਨ ਗੱਲ ਕਰਦਾ ਜਾਂ ਸਨਾ ਖਾਨੇ ਮੁਸਤਫਾ ਗੱਲ ਕਰਦਾ ਅਤੇ ਫੌਰੀ ਤੌਰ 'ਤੇ ਉਹਦੇ ਨਾਲ ਰਲਦੀ ਮਿਲਦੀ ਜਿਹੜੀ ਸ਼ਾਇਰੀ ਕਰੇ ਉਹਦੇ ਵਾਸਤੇ ਕਿਤਨੀ ਜਿਹੜਾ ਸ਼ੇਰਾਂ ਦਾ ਜਿਹੜਾ ਇੱਕ ਮਜਮੂਆ ਕੋਲ ਹੋਣਾ ਚਾਹੀਦਾ। शेरां दा मजमूआ काफ़ी इलम होना चाहिए लेकिन कोई भी सवाल कर सकते किसी भी मौजू ते बंदा गल कर लवे तो यानी कि कुछ थोड़ा मुझ सारा यानी कि इलम होना चाहिए यानी कि हज़रत सैयदना सिद्दीक़ अकबर दी शान विच एक रुबाई हो जाए मौला अली दी शान विच मौला उस्मान गनी और मौला उमर फारूक इस वक्तन फवक्तन एक रुबाई सारे दे यानी कि सब मौजू ते हो जाए तो माशाल्लाह ज़बरदस्त। ਯਾਨੀ ਕਿ ਜਿਸ ਟਾਈਮ ਤੁਸੀਂ ਇੱਕ ਨਕੀਬ ਨਕਾਬਤ ਸ਼ੁਰੂ ਕਰਦਾ ਜਾਂ ਇਸ ਸਿਲਸਿਲੇ 'ਚ ਆਉਂਦਾ ਯਾਨੀ ਕਿ ਉਹ ਸਾਰੀਆਂ ਹਸਤੀਆਂ ਤੇ 2 2 4 4 5 5 ਜਿਹੜੀਆਂ ਰਵਾਈਆਂ ਉਹਦੇ ਕੋਲ ਮਸਟ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੋ ਜਿਹਾ ਮੌਜੂ ਹੈ ਉਹੋ ਜਿਹੀ ਰਵਾਈ। ਅੱਛਾ ਹਜ਼ਰਤ ਤੁਸੀਂ ਖੁਦ ਦੱਸੋ ਇਸ ਟਾਈਮ ਤੁਹਾਡੀ ਤਾਲੀਮ ਕਿਤਨੀ? मेरी तालीम मैट्रिक ਮੈਟਰਿਕ ਤਾਲੀਮ ਜਾਰੀ ਹੈ ਜਾਂ स्किप की थी। ਉਹਨੂੰ ਜਾਰੀ ਰੱਖਣਾ ਚਾਹੀਦਾ ਨਾ ਜਨਾਬ? मैं जामिया पढ़ रहे हैं। ਅੱਛਾ ਫਿਰ ਤਾਂ ਜਾਰੀ ਉਹ ਸਾਰੀ ਹੈ ਯਾਰ ਤਾਰੀ ਹੈ ਨਾਲ ਵਾਹ 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 ਫਿਰ ਤਾਂ ਜਾਰੀ ਹੈ ਨਾ ਉਹ ਤਾਂ ਤਾਲੀਮ ਅਸਲ ਤਾਲੀਮ ਹੈ इल्म से रहता है हमेशा जिंदा नाम औलाद से क्या 2 पुश्त 4 पुश्त। ਅੱਛਾ ਸਾਨੂੰ ਇਹ ਦੱਸੋ ਕਿ ਅਗਰ ਬਿਲਫਰਜ਼ ਹੋਣ ਤਾਂ ਤੁਸੀਂ ਇੱਕ ਮਜ਼ਹਬੀ ਸਿਲਸਿਲੇ 'ਚ ਸਾਡੇ ਕੋਲ ਆਏ ਹੋ ਅਗਰ ਬਿਲਫਰਜ਼ ਤੁਹਾਨੂੰ ਬਾਹਰੋਂ ਆਉਂਦਾ ਕੋਈ ਦਾਵਤ ਆਉਂਦੀ ਹੈ ਕਿ ਤੁਸੀਂ ਇੱਕ ਐਜ਼ ਏ ਅਨਾਊਂਸਰ ਯਾਨੀ ਕਿ ਕੋਈ ਹੋਰ ਰਬਾਈਆਂ ਪੜ੍ਹਨੀਆਂ ਨੇ ਜਿਹੜੀਆਂ ਨਾ ਹੀ ਮਜ਼ਹਬੀ ਹੋਣ ਨਾ ਹੀ ਸਿਆਸੀ ਹੋਣ ਲੇਕਿਨ ਸਮਾਜੀ ਔਰ ਲਸਾਨੀ ਹੋਣ ਉਸ ਹਵਾਲੇ ਨਾਲ ਤੁਸੀਂ ਉਸ ਦਾਵਤ ਨੂੰ ਕਬੂਲ ਕਰੋਗੇ ਜਾਂ ਨਹੀਂ? फिलहाल तो नहीं। ਫਿਲਹਾਲ ਨਹੀਂ। ਅੱਛਾ ਜਿਹੜਾ ਉਹ ਨਵਾਂ ਬੱਚਾ ਇੱਕ ਨਕਾਬਤ ਦੀ ਫੀਲਡ ਵਿੱਚ ਆਉਣਾ ਚਾਹੁੰਦਾ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ? मैं जरा भी आ नकाबत की फील्ड में आना चाहता मैं उन्हें सिर्फ ये कहना कि मेहनत नाल ही सारा कुछ बनता है मेहनत करेगा तो इंशाल्लाह दिन नहीं और तो रात ही हो रही है। ਅੱਛਾ ਮਿਹਨਤ ਕਰਨ ਦਾ ਤਰੀਕਾ ਔਰ ਜਿਹੜਾ ਕ੍ਰਾਈਟੇਰੀਆ ਦਾ मेहनत करने का यह तरीका कि टाइम देना पैंदा मेन मसला ही अजकल का जड़ा है वो टाइम है। अगर 1 रुपये तो बंदा 10 मिनट लाए ना तो 10 मिनट नहीं चलो 10 मिनट रोज़ाना का कर लो तो 5 मिनट रोज़ाना दे लगे तो 1 हफ्ते में टन रुपये तैयार हो जाते ज़बरदस्त। तो इस तरह अगर वो टाइम देंदा रहेगा तो इंशाल्लाह दिन नहीं और तो रात ही हो रहेगा इंशाल्लाह। ਜਿਸ ਤਰ੍ਹਾਂ ਕਿ ਅਸੀਂ ਵੇਖਿਆ ਦਰਸਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਇੱਕ ਜਿਹੜਾ ਬੱਚਾ ਹੈ ਉਹਦਾ ਕੁਰਾਨ ਪਾਕ ਨੂੰ ਹਿਫਜ਼ ਕਰਨ ਦਾ ਤਰੀਕਾ ਜਾਂ ਸਬਾਕ ਨੂੰ ਯਾਦ ਕਰਨ ਦਾ ਤਰੀਕਾ ਉਹ ਸਰਗੀ ਤੋਂ ਪਹਿਲਾਂ ਜਾਗ ਜਾਣਾ ਜਾਗ ਕੇ ਸਬਕ ਫਿਰ ਰਾਤੀ ਜਿਹੜਾ ਸਬਕ ਨੂੰ ਦੁਹਰਾਉਣਾ ਦਿਹਾੜੀ ਪੜ੍ਹਨ ਅਸੀਂ ਜਿਹੜਾ ਇਹ ਸਿਲਸਿਲਾ ਹੈ ਸ਼ਾਇਰੀ ਹੈ ਜਾਂ ਰਬਾਈ ਜਾਂ ਨਜ਼ਮ ਗਜ਼ਲ ਇਹਦੇ ਵਿੱਚ ਕਿਸ ਤਰ੍ਹਾਂ ਬਾਰ-ਬਾਰ ਦੁਹਰਾ ਕੇ ਉਸ ਚੀਜ਼ ਨੂੰ ਯਾਦ ਕੀਤਾ ਜਾਂਦਾ?
ਇਹ ਜਿਹੜੀ ਸ਼ਾਇਰੀ ਹੈ ਉਹ ਤੇ ਸੋਚ ਵਿੱਚ ਆਉਂਦੀ ਹੈ, ਯਾਨੀ ਕਿ ਤਸਵਰਾਂ ਵਿੱਚ ਜਾ ਕੇ ਪਤਾ ਨਹੀਂ ਕਿੱਥੋਂ ਕਿਹੜਾ ਟੂਣ ਛੂਣ ਕੇ ਜਮਲਾ ਸ਼ੁਮਲਾ ਲੈ ਕੇ ਤੇ ਫਿਰ ਆ ਕੇ ਸੈੱਟ ਕਰਨਾ ਪੈਂਦਾ ਹੈ। ਲੇਕਿਨ ਇਸ ਵਾਸਤੇ ਇਹ ਹੈ ਕਿ ਇਸ ਵਾਸਤੇ ਸੋਚ ਵੀ ਚਾਹੀਦੀ ਹੈ, ਟਾਈਮ ਇਸ ਵਾਸਤੇ ਕਾਫੀ ਸਾਰਾ ਚਾਹੀਦਾ। ਬੰਦਾ ਘੰਟਾ ਕਿਤੇ ਜਾ ਕੇ ਸੋਚਦਾ ਤੇ ਚੱਲਦਾ ਤਾਂ ਜਾ ਕੇ ਇੱਕ ਜੁਮਲਾ ਜਾਂ ਇੱਕ ਫਿਕਰਾ ਮਸਾਂ ਲੱਭਦਾ। ਤੇ ਜਿਹੜਾ ਯਾਨੀ ਕਿ ਸ਼ਾਇਰ ਹੁੰਦਾ ਉਹਦਾ ਤਖੱਲੁਸ, ਉਹਦਾ ਸਾਰਾ ਜਿਹੜਾ ਬਾਇਓਡਾਟਾ ਹੁੰਦਾ ਟੋਟਲ ਉਸ ਸ਼ੇਰ ਪਰ, ਯਾਨੀ ਕਿ ਉਹ ਜਿਹੜਾ ਸ਼ੇਰ ਲਿਖਦਾ ਹੈ ਨਾ ਉਸ ਤੇ ਟੋਟਲ ਪਤਾ ਹੋਣਾ ਚਾਹੀਦਾ ਵਾ ਇੱਥੋਂ ਮੈਂ ਸ਼ੇਰ ਚੁੱਕਿਆ, ਯਾਨੀ ਕਿ ਇਹ ਹਿਸਾਬ ਕਿਤਾਬ ਹੈ, ਇਸ ਦੀ ਸ਼ਾਨ ਇਹਨਾਂ ਨਿਸ਼ਾਨ ਵਿੱਚ ਮੈਂ ਲਿਖ ਰਿਹਾ। ਉਹਨੂੰ ਪਤਾ ਹੋਣਾ ਚਾਹੀਦਾ ਵਾ ਇਹਨਾਂ ਦੇ ਸ਼ਾਨ ਵਿੱਚ ਜੋ ਮੈਂ ਲਿਖ ਰਿਹਾ ਜ਼ਿਆਦਾ ਤਾਂ ਨਹੀਂ, ਇਹ ਘੱਟ ਤੇ ਨਹੀਂ, ਯਾਨੀ ਕਿ ਦਰਮਿਆਨਾ ਜਿतना ਵੀ ਹੈ ਉਹ ਜ਼ਿਆਦਾ ਨਹੀਂ, ਨਾ ਵੱਧ ਨਾ ਘੱਟ। ਇਸੇ ਤਰ੍ਹਾਂ ਦੇ ਯਾਨੀ ਕਿ ਬਸ ਮੇਰਾ ਆਖਰੀ ਸਵਾਲ ਜਨਾਬ ਗੁਲਾਮ ਕਮਰ ਸਾਹਿਬ ਵਾਸਤੇ ਕਿ ਜਿਹੜਾ ਇੱਕ ਅਨਾਉਂਸਰ ਜਿਹੜਾ ਹੈ ਉਹ ਦੁਨੀਆਦਾਰਾਂ ਦੀ ਖੁਸ਼ਾਮਦ ਕਰਦਾ ਹੈ, ਔਰ ਇੱਕ ਮੇਰੇ ਜਿਹਾ ਨਕੀਬ ਜਬਕਿ ਮੈਂ ਖੁਦ ਇੱਕ ਮੇਜ਼ਬਾਨ ਹਾਂ, ਅਸੀਂ ਦੀਨਦਾਰਾਂ ਦੀ ਖੁਸ਼ਾਮਦ ਕਰਨ। ਦੀਨਦਾਰਾਂ ਦੀ ਖੁਸ਼ਾਮਦ ਤਾਂ ਸਮਝ 'ਚ ਆਉਂਦੀ ਹੈ, ਯਾਨੀ ਕਿ ਉਹਨਾਂ ਨੂੰ ਵਾਕਈ ਉਹ ਜਿਸ ਚੀਜ਼ ਦੇ ਹੱਕਦਾਰ ਨੇ ਉਹ ਉਲਮਾ ਕਹਿ ਲੈਣਾ ਜਾਂ ਲੇਕਿਨ ਜਿਹੜੇ ਵਧਾ ਚੜਾ ਕੇ ਇੱਕ ਚੀਜ਼ ਅਗਲੇ ਵਿੱਚ ਹੈ ਹੀ ਨਹੀਂ, ਉਹ ਚਾਹੇ ਦੁਨੀਆਦਾਰ ਅਨਾਉਂਸਰ ਹੋਵੇ, ਸਦਾਕਾਰ ਹੋਵੇ, ਕਮੈਂਟੇਟਰ ਹੋਵੇ, ਜਾਂ ਕਿ ਇੱਕ ਮਜ਼ਹਬੀ ਲੈਵਲ ਦਾ ਨਕੀਬ ਹੋਵੇ, ਮੇਜ਼ਬਾਨ ਹੋਵੇ, ਉਹਦੇ ਵਾਸਤੇ ਕਿ ਤੁਸੀਂ ਸਮਝਦੇ ਹੋ ਉਹਨੂੰ ਇਹ ਕਰਨਾ ਚਾਹੀਦਾ ਜਾਂ ਨਹੀਂ? ਉਹਨੂੰ ਇਹ ਨਹੀਂ ਕਰਨਾ, ਹੁਸ਼ਾਮਦ ਕਰਨੀ ਨਹੀਂ ਚਾਹੀਦੀ ਹੈ ਕਿਸੇ ਦੀ ਵੀ। ਯਾਨੀ ਜਿਹੜੀ ਚੀਜ਼ ਜਿਹੜੀ ਕੁਆਲਿਟੀ ਉਹਦੇ ਵਿੱਚ ਨਹੀਂ ਹੈ ਉਹ ਨਹੀਂ ਹੈ, ਤੇ ਜਿਹੜੀ ਕੁਆਲਿਟੀ ਹੈ ਉਹ ਅਗਰ ਅਸੀਂ ਘਟਾਈਏ ਤਾਂ ਫਿਰ ਅਸੀਂ ਗੁਨਾਹਗਾਰ ਹਾਂ। ਯਾਨੀ ਕਿ ਨਹੀਂ ਅਸੀਂ ਉਹਦੇ ਨਹੀਂ, ਯਾਨੀ ਕਿ ਉਹਦੇ ਮੁਤਾਬਿਕ ਨਹੀਂ ਚੱਲ ਰਹੇ। ਅਗਰ ਉਸਦੇ ਵਿੱਚ ਕੁਆਲਿਟੀ ਨਹੀਂ ਫਿਰ ਅਸੀਂ ਕਹਿ ਰਹੇ ਹਾਂ ਤਾਂ ਫਿਰ ਅਸੀਂ ਯਾਨੀ ਕਿ ਗੱਲ ਦੇ ਆਉਂਦੇ ਹਾਂ। ਹੁਣ ਬਸ ਤੁਸੀਂ ਇੱਕ ਜੁਮਲਾ ਅੱਜ ਅਮਰਾ ਕਲਾਂ ਪਿੰਡ ਵਾਸਤੇ ਔਰ ਅਮਰਾ ਕਲਾਂ ਟੀਮ ਵਾਸਤੇ ਕੋਈ ਇੱਕ ਜੁਮਲਾ ਜਾਂ ਇੱਕ ਪੈਗਾਮ ਦੇਣਾ ਚਾਹੋ ਤੁਸੀਂ ਸਮਾਜ ਦੇ ਵਿੱਚ, ਉਹ ਮੁਖਤਸਰ ਆਪਣਾ ਪੈਗਾਮ ਦਿਓ। मैं पैगाम ये देना चाहना कि दिन रात मेहनत करो और ਜਿਹੜਾ ਮਾਸ਼ਾਅੱਲਾ ਆਪਣੇ ਵਾਲਦੈਨ ਦਾ ਕਹਿਣਾ ਮੰਨੋ। ਠੀਕ ਹੈ, ਅੱਜ ਕੱਲ੍ਹ ਦੇ ਯਾਨੀ ਕਿ ਜਿਹੜੇ ਫੀਲਡ ਜਾ ਰਹੀ ਹੈ, ਅੱਜ ਕੱਲ੍ਹ ਦਾ ਜਹਾਲਤ ਦਾ ਦੌਰ ਹੈ, ਜਿਹੜਾ ਅੱਲਾ ਮਾफ़ ਕਰੇ, ਜਿਹੜਾ ਆਪਣੇ ਵਾਲਦੈਨ ਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰ ਸਕਦਾ ਹੈ ਵੀ, ਤੇ ਉਹ ਫਿਰ ਇਸ ਦੁਨੀਆ 'ਤੇ ਕਾਮਯਾਬ ਨਹੀਂ ਹੈ। ਤੇ ਜਿਹੜਾ ਯਾਨੀ ਕਿ ਵਾਲਦੈਨ ਦੀ ਇੱਜ਼ਤ ਕਰੇਗਾ, ਉਹਨਾਂ ਨੂੰ ਸਹੀ ਰੱਖੇਗਾ, ਖੁਸ਼ ਰੱਖੇਗਾ, ਉਹ ਇਨਸ਼ਾਅੱਲਾ ਅਜਲ ਦਿਨੇ ਔਰ ਤੇ ਰਾਤੀ ਹੋਰ ਹੋਏਗਾ। ਤੇ ਮੈਂ ਸਭ ਨੂੰ ਗੁਜ਼ਾਰਿਸ਼ ਕਰਨਾ ਕਿ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ, ਤੇ ਜਿਨ੍ਹਾਂ ਦੇ ਵਾਲਦੈਨ ਚਲੇ ਗਏ ਨੇ ਉਹਨਾਂ ਨੂੰ ਯਾਨੀ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਆਲਾ ਮੁਕਾਮ ਅਤਾ ਫਰਮਾਏ। ਬਹੁਤ ਸ਼ੁਕਰੀਆ ਜੀ ਜਨਾਬ, ਜਿਸ ਤਰ੍ਹਾਂ ਕਿ ਤੁਸੀਂ ਇੰਤਹਾਈ ਕਮ ਉਮਰੀ ਦੇ ਵਿੱਚ ਜਨਾਬ ਗੁਲਾਮ ਕਮਰ ਸਾਹਿਬ ਨੇ ਗੱਲਾਂ ਕੀਤੀਆਂ ਨੇ, ਔਰ ਨਕਾਬਤ ਦੇ ਵਿੱਚ ਆਉਣ ਵਾਲਿਆਂ ਨੌਜਵਾਨਾਂ ਨੂੰ ਜਿਹੜੀ ਉਹਨਾਂ ਨੇ ਤਾਕੀਦ ਕੀਤੀ ਹੈ, ਔਰ ਕਿਸ ਤਰ੍ਹਾਂ ਇਸ ਫੀਲਡ ਦੇ ਵਿੱਚ ਆ ਕੇ ਤੁਸੀਂ ਆਪਣੇ ਜਿਹੜੀ ਉਹ ਸ਼ਾਇਰੀ ਨੂੰ ਯਾਦ ਕਰਨਾ, ਉਹਦਾ ਕੀ ਤਰੀਕਾਕਾਰ ਹੈ, ਸਾਰਾ ਤੁਸੀਂ ਸੁਣਿਆ। ਇਸ ਵੀਡੀਓ ਨੂੰ ਜਨਾਬ ਸ਼ੇਅਰ ਵੀ ਕਰਿਓ ਤਾਂ ਕਿ ਉਹ ਨੌਜਵਾਨ ਜਿਹੜੇ ਨਕੀਬ ਬਣਨਾ ਚਾਹੁੰਦੇ ਨੇ ਉਹ ਇਹਨੂੰ ਸੁਣ ਕੇ फ़ायदा ਉਠਾਉਣ। ਇਸੇ ਨਾਲ ਮੈਂ ਇਜਾਜ਼ਤ ਚਾਹੁੰਦਾ। ਅਜ਼ਹਰ ਅਮਰਾ ਗੁਜਰਾਤੀ, ਰੱਬ ਰਾਖਾ।